ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਫੇਸਬੁੱਕ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ਾਂ ਤੋਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾ ਸੁਨੇਹਾ, ਡਾਇਰੈਕਟ ਮੀਟ ਕੱਲ੍ਹ ਬੈਠ ਰਹੇ ਹਾਂ ਜੀ ਮੋਹਾਲੀ ਆਫਿਸ। ਤਰੀਕ ਆ ਜੀ 10 ਦਿਨ ਸ਼ੁੱਕਰਵਾਰ, ਸਵੇਰੇ 10 ਵਜੇ ਮੋਹਾਲੀ ਆਫਿਸ 3B2 ਮੋਹਾਲੀ ਨੀਅਰ ਕਟਾਣੀ ਸਵੀਟਸ ਯੈਸ ਬੈਂਕ ਦੇ ਉੱਪਰ ਬਣਿਆ ਹੋਇਆ ਜੀ। ਆਪਾਂ ਸਵੇਰੇ 10 ਵਜੇ ਉੱਥੇ ਪਹੁੰਚਾਂਗੇ ਐਂਡ ਤਕਰੀਬਨ 1 ਵਜੇ ਤੱਕ ਮੋਹਾਲੀ ਆਫਿਸ ਬੈਠਾਂਗੇ। ਤੁਸੀਂ ਆਪਦੇ ਸਾਰੇ ਸਵਾਲ ਜੋ ਤੁਹਾਡੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਨੇ, ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਨੇ, ਓਪਨ ਵਰਕ ਪਰਮਿਟ ਨਾਲ ਸੰਬੰਧਿਤ ਨੇ, ਆਪਦੇ ਉਹਦੇ ਨਾਲ ਸੰਬੰਧਿਤ ਡਾਕੂਮੈਂਟੇਸ਼ਨ ਸਾਰੀ ਨਾਲ ਲੈ ਕੇ ਆ ਜਿਓ, ਤਾਂ ਜੋ ਮੈਂ ਤੁਹਾਡੇ ਕੇਸ ਨੂੰ ਪ੍ਰੋਪਰਲੀ ਸਮਝ ਕੇ ਤੁਹਾਨੂੰ ਆਪਦੀ ਸਮਝ ਮੁਤਾਬਕ ਸਲਾਹ ਦੇ ਸਕਾਂ। ਐਂਡ ਨੈਕਸਟ ਜੋ ਆਪਾਂ ਗੱਲ ਕਰਨੀ ਹੈ ਤਾਂ ਚਲੋ ਡਾਇਰੈਕਟ ਮੀਟ ਹੋ ਗਈ। ਦੁਬਾਰਾ ਦੱਸ ਦੇਣਾ ਚਾਹੁੰਦਾ ਕਿ ਡਾਇਰੈਕਟ ਮੀਟ ਮੋਹਾਲੀ ਆਫਿਸ 3B2 ਮੋਹਾਲੀ ਨੀਅਰ ਕਟਾਣੀ ਸਵੀਟਸ ਯੈਸ ਬੈਂਕ ਦੇ ਉੱਪਰ ਸਵੇਰੇ 10 ਵਜੇ ਤੋਂ ਦੁਪਹਿਰੇ 1 ਵਜੇ ਤੱਕ, ਕੱਲ੍ਹ ਨੂੰ ਸ਼ੁੱਕਰਵਾਰ ਤਰੀਕ 10। ਐਂਡ ਅਗਲੀ ਜਿਹੜੀ ਆਪਾਂ ਗੱਲ ਕਰਨੀ ਆ, ਰੈਗੂਲਰ ਜੋ ਕੁਐਸ਼ਨਿੰਗ ਹੁੰਦੀ ਆ ਜਾਂ ਜੋ ਕੁਐਰੀਜ਼ ਆਉਂਦੀਆਂ ਨੇ ਫੇਸਬੁੱਕ ਰਾਹੀਂ, ਵਾਕ-ਇਨਸ ਹੁੰਦੇ ਨੇ, ਉਹਨਾਂ ਦੇ ਮੈਂ ਕੁਐਸ਼ਚਨਸ ਰੈਗੂਲਰ ਇਕੱਠੇ ਕਰਦਾ ਅਤੇ ਉਹਦੇ ਉੱਤੇ ਫਿਰ ਜੋ ਇੱਕ ਪਰਟੀਕੂਲਰਲੀ ਬਾਰ-ਬਾਰ ਫਰੀਕੁਐਂਟਲੀ ਆਸਕਡ ਕੁਐਸ਼ਚਨ ਹੁੰਦਾ ਤਾਂ ਉਹ ਇੱਕ ਮੁੱਦਾ ਹੀ ਬਣਿਆ ਹੁੰਦਾ ਅਤੇ ਉਹਦੇ ਨਾਲ ਸੰਬੰਧਿਤ ਮੇਰੇ ਗੱਲ ਕਰਨਾ ਜ਼ਰੂਰੀ ਬਣ ਜਾਂਦਾ। ਕਾਰਨ ਕੀ ਹੋ ਜਾਂਦੀ ਆ, ਗੱਲ ਹਮੇਸ਼ਾ ਉਸ ਚੀਜ਼ ਦੀ ਕੋਈ ਜ਼ਿਆਦਾ ਚੱਲਦੀ ਆ ਜਿਹਨੂੰ ਬਹੁਤ ਵੱਡੇ ਪੱਧਰ 'ਤੇ ਐਡਵਰਟਾਈਜ਼ਮੈਂਟ ਜ਼ਰੀਏ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਪਰ ਕੁਝ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਕਿ ਕੋਈ ਬੰਦਾ ਕਿਵੇਂ ਵੀ ਕੰਮ ਕਰ ਸਕਦਾ, ਪਰ ਆਪਾਂ ਨੂੰ ਇਹ ਚੀਜ਼ ਜ਼ਰੂਰੀ ਹੋ ਜਾਂਦੀ ਹੈ ਸਮਝਣੀ ਕਿ ਉਸ ਕੰਮ ਦੇ ਵਿੱਚ ਸਾਡਾ ਕੀ ਫਾਇਦਾ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੀ ਫਾਇਦਾ। ਦੇਖੋ, ਜੇ ਅਸੀਂ ਕੰਮ ਕਰਦੇ ਹਾਂ, ਅਸੀਂ ਆਪਦੇ ਫਾਇਦੇ ਲਈ ਬੈਠੇ ਹਾਂ। ਤੁਹਾਡਾ ਵੀਜ਼ਾ ਲਵਾਉਣਾ, ਤੁਹਾਡਾ ਕੇਸ ਅਤੇ ਤੁਹਾਡਾ ਵੀਜ਼ਾ, ਤੁਹਾਡੇ ਲਈ ਵੀਜ਼ਾ, ਸਾਡੇ ਲਈ ਉਹ ਪੈਸੇ ਆ, ਅਸੀਂ ਉਹ 'ਚੋਂ ਪੈਸੇ ਕਮਾਉਣੇ ਆ। ਅਸੀਂ ਤੁਹਾਨੂੰ ਸਰਵਿਸਿਜ਼ ਕਿਉਂ ਦਿੰਦੇ ਹਾਂ? ਕਿਉਂਕਿ ਤੁਸੀਂ ਸਾਨੂੰ ਉਹਦੇ ਬਦਲੇ ਪੈਸੇ ਦਿੰਦੇ ਆ। ਹੋਰ ਸਾਨੂੰ ਇਹ ਨਹੀਂ ਹੈ ਕਿ ਵੀ ਤੁਹਾਡੇ ਵੀਜ਼ੇ ਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ, ਨਹੀਂ। ਵੀਜ਼ੇ ਦੀ ਖੁਸ਼ੀ ਤੁਹਾਨੂੰ ਹੁੰਦੀ ਆ, ਤੁਸੀਂ ਆਪਦੀ ਅੱਗੇ ਜਾ ਕੇ ਪ੍ਰੋਸੈਸ ਸ਼ੁਰੂ ਕਰਨਾ ਹੁੰਦਾ ਆ, ਤੁਸੀਂ ਆਪਦੀ ਲਾਈਫ ਨੂੰ ਸ਼ੁਰੂ ਕਰਨਾ ਹੁੰਦਾ ਉਸਦੇ ਨਾਲ। ਇਸ ਕਰਕੇ ਤੁਹਾਨੂੰ ਉਹਦੇ ਨਾਲ ਸੰਬੰਧਿਤ ਜਾਂ ਵੀਜ਼ੇ ਨਾਲ ਸੰਬੰਧਿਤ ਤੁਹਾਡੀਆਂ ਜਿਹੜੀਆਂ ਫੀਲਿੰਗਸ ਨੇ ਉਹ ਹੋਰ ਤਰ੍ਹਾਂ ਦੀਆਂ ਨੇ। ਪਰ ਸਾਡੀਆਂ ਜਿਹੜੀਆਂ ਕਲੀਅਰ ਕੱਟ ਫੀਲਿੰਗਸ ਇਹੀ ਨੇ ਕਿ ਤੁਸੀਂ ਸਾਡੇ ਤੋਂ ਵੀਜ਼ਾ ਅਪਲਾਈ ਕਰਦੇ ਹੋ, ਜਦੋਂ ਵੀਜ਼ਾ ਆਉਂਦਾ ਤਾਂ ਸਾਨੂੰ ਪੈਸੇ ਬਣਦੇ ਆ। ਪਰ ਗੱਲ ਆਪਾਂ ਨਾਲ ਦੀ ਨਾਲ ਇਹ ਕਰਨੀ ਹੈ ਕਿ ਪੈਸੇ ਬਣਾਓ। ਇਹ ਗੱਲ ਉਹਨਾਂ ਇਮੀਗ੍ਰੇਸ਼ਨ ਏਜੰਟਸ, ਇਮੀਗ੍ਰੇਸ਼ਨ ਕੰਸਲਟੈਂਟਸ ਦੀ ਆ ਜਿਹੜੇ ਮੇਰੇ ਵੀਰ ਭਾਈ ਮੇਰੇ ਵਾਂਗੂ ਹੀ ਕੰਮ ਕਰਦੇ ਆ, ਜਾਂ ਮੇਰੇ ਵਾਂਗੂ ਮਾਰਕੀਟ 'ਚ ਬੈਠ ਕੇ ਆਫਿਸ ਖੋਲ੍ਹ ਕੇ ਕੰਮ ਕਰਦੇ ਆ। ਮੇਰੇ ਨਾਲੋਂ ਬੜੇ ਸੀਨੀਅਰ ਵੀ ਨੇ, ਬੜੇ ਪੈਸੇ ਵਾਲੇ ਵੀ ਨੇ, ਬੜੇ ਵੱਡੇ ਪੱਧਰ 'ਤੇ ਕੰਮ ਕਰਦੇ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿ ਦੇਣੀ ਚਾਹੁੰਦਾ, ਆਪਾਂ ਉਹਨਾਂ ਬਾਰੇ ਨਹੀਂ, ਆਪਾਂ ਉਹਨਾਂ ਨੂੰ ਤਾਂ ਸਮਝਾ ਨਹੀਂ ਸਕਦੇ ਕਿ ਉਹਨਾਂ ਬਾਰੇ, ਉਹਨਾਂ ਦੀ ਸੋਚ ਨੂੰ ਚੇਂਜ ਨਹੀਂ ਕਰ ਸਕਦੇ, ਉਹਨਾਂ ਦਾ ਫਾਰਮੈਟ ਆ ਜੋ ਬਿਜ਼ਨਸ ਕਰਨ ਦਾ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ। ਪਰ ਤੁਹਾਡੀ ਸੋਚ, ਸਰੋਤੇ ਦੀ ਸੋਚ ਜਾਂ ਕਲਾਇੰਟ ਦੀ ਸੋਚ ਬਦਲਣਾ, ਉਹਨੂੰ ਚੰਗੀ ਮੱਤ ਦੇਣਾ ਸਾਡਾ ਫਰਜ਼ ਆ। ਪੈਸੇ ਪਹਿਲਾਂ ਦਿਓ ਬਾਅਦ 'ਚੋਂ ਦਿਓ, ਮੈਟਰ ਨਹੀਂ ਕਰਦਾ। ਜਿੱਥੋਂ ਤੱਕ ਗੱਲ ਆਪਾਂ ਪਹਿਲਾਂ ਕਰਨ ਲੱਗੇ ਹਾਂ ਸਟੂਡੈਂਟ ਵੀਜ਼ਾ ਦੀ, ਆਪਾਂ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਹੀ ਡਿਸਕਸ ਕਰਾਂਗੇ। ਐਂਡ ਸਭ ਤੋਂ ਵੱਡੇ ਪੱਧਰ 'ਤੇ ਜਿਹੜੀ ਅੱਜ ਐਡਵਰਟਾਈਜ਼ਮੈਂਟ ਆ ਰਹੀ ਆ, ਜਾਂ ਸਭ ਤੋਂ ਵੱਡੇ ਪੱਧਰ 'ਤੇ ਜਿਸ ਕੈਟਾਗਰੀ ਬਾਰੇ ਗੱਲ ਕੀਤੀ ਜਾਂਦੀ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਵੱਲੋਂ, ਜਾਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਖੇਡੇ ਜਾਂਦੇ ਨੇ ਵੀਜ਼ਾ ਤੋਂ ਬਾਅਦ, ਜਾਂ ਮੈਸੀ ਫੀਸ ਵੀ ਨਹੀਂ ਲਵਾਂਗੇ, ਸਾਰਾ ਕੁਛ ਅਸੀਂ ਆਪ ਭਰਾਂਗੇ। ਚਲੋ ਆਪਾਂ ਮੰਨ ਲੈਂਦੇ ਹਾਂ ਇੱਕ ਤੁਹਾਡੇ ਲਈ ਇੱਕ ਚੰਗੀ ਅਪੋਰਚੁਨਿਟੀ ਹੈ, ਇੱਕ ਚੰਗਾ ਤੁਹਾਡੇ ਲਈ ਇੱਕ ਮੌਕਾ ਹੈਗਾ। ਆਪਾਂ ਮੰਨ ਕੇ ਚੱਲਦੇ ਹਾਂ ਵੀ ਸਾਨੂੰ ਇਹ ਲੱਗਦਾ 2-4 ਚੀਜ਼ਾਂ ਫੈਕਟਰ ਆਪਾਂ ਲੈ ਕੇ ਚੱਲਾਂਗੇ ਕਿ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਆਪਦੀ ਫੀਸ ਲੈ ਲੈਂਦੇ ਨੇ 5,000 ਤੋਂ ਲੈ ਕੇ 20,000 ਤੱਕ, ਜਾਂ 5,000 ਤੋਂ ਲੈ ਕੇ 25,000 ਤੱਕ ਉਹ ਫੀਸ ਹੋ ਸਕਦੀ ਆ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦੀ। ਆਪਾਂ ਮੈਕਸੀਮਮ ਲਾ ਕੇ ਚੱਲੀਏ 25,000 ਉਹ ਹੋ ਗਈ। 10,000 ਆਪਾਂ ਆਫਰ ਲੈਟਰ ਦੀ ਫੀਸ ਲਾ ਲਈਏ 35 ਹੋ ਗਈ। 10,000 ਆਪਾਂ ਐਮਬੈਸੀ ਫੀਸ ਲਾ ਲਈਏ 45 ਹੋ ਗਈ। ਉਸ ਤੋਂ ਬਾਅਦ ਡਾਲਰਾਂ ਦੇ ਵਿੱਚ ਚਲੋ ਆਪਾਂ ਰਿਫਿਊਜ਼ਲ ਤੋਂ ਬਾਅਦ ਦੀ ਗੱਲ ਕਰਦੇ ਹਾਂ ਜੀ, ਜਿਹੜਾ ਉਹ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਜੇ ਰਿਫਿਊਜ਼ ਹੋ ਗਿਆ ਤਾਂ ਕੇਸ ਤਾਂ ਤੁਹਾਡਾ 50-55 ਲੱਖ ਰੁਪਏ ਦਾ ਨੁਕਸਾਨ ਹੋ ਜਾਊਗਾ। ਚਲੋ ਆਪਾਂ ਮੰਨ ਲਿਆ ਕਿ ਹਾਂ, ਜੇ ਆਪਾਂ ਫੀਸ ਆਪਦੇ ਜ਼ਰੀਏ ਹੀ ਆਪਦੇ ਤਰੀਕੇ ਨਾਲ, ਜਾਂ ਜੋ ਇੱਕ ਨੋਰਮਲ ਪ੍ਰੋਸੈਸ ਚੱਲਦਾ, ਜੋ ਇੱਕ ਚੰਗੀਆਂ ਕੰਪਨੀਜ਼ ਕਰਦੀਆਂ ਨੇ ਕਿ ਤੁਸੀਂ ਜਾਣਦੇ ਹੋ, ਇੱਕ ਇਮੀਗ੍ਰੇਸ਼ਨ ਐਡਵਾਈਜ਼ਰ ਜਾਂ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਹਾਇਰ ਕਰਦੇ ਹੋ। ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ, ਸਾਡਾ ਕੰਮ ਆ ਤੁਹਾਨੂੰ ਕੰਸਲਟ ਕਰਨਾ, ਤੁਹਾਨੂੰ ਕਾਲਜ ਦੱਸਣਾ, ਕੋਰਸ ਦੱਸਣਾ, ਚੰਗੇ ਤਰੀਕੇ ਨਾਲ ਤੁਹਾਡੇ ਪੇਪਰ ਫੜ ਕੇ ਪੇਪਰਾਂ ਬਾਰੇ ਨੌਲੇਜ ਦੇ ਕੇ ਉਹਨਾਂ ਨੂੰ ਤਰੀਕੇ ਨਾਲ ਸੌਰਟਿੰਗ ਕਰਕੇ ਉਹਨਾਂ ਵਿੱਚੋਂ ਜਿਹੜੇ ਡਾਕੂਮੈਂਟਸ ਸਹੀ ਨਹੀਂ ਗੇ ਉਹਨਾਂ ਨੂੰ ਸਹੀ ਕਰਵਾ ਕੇ ਐਂਡ
ਤੁਹਾਡੀਆਂ SOPs ਲਿਖ ਕੇ, ਤੁਹਾਡੀਆਂ ਜਿਹੜੇ ਸਟੇਟਮੈਂਟਸ ਜੋ ਤੁਸੀਂ ਚਾਹੁੰਦੇ ਹੋ ਕਰਨਾ ਜਾਂ ਉਹਨਾਂ ਬਾਰੇ ਤੁਹਾਡੇ ਨਾਲ ਬੈਠ ਕੇ ਉਹਦੇ ਉੱਤੇ ਵਰਕਆਊਟ ਕਰਕੇ ਤੁਹਾਨੂੰ ਉਸ ਨੂੰ ਦੱਸਣਾ ਕਿ ਕਿਵੇਂ ਉਹ ਲਿਖੀ ਜਾਂਦੀ ਆ, ਉਹਦੇ ਵਿੱਚ ਕੀ ਕੀ ਚੀਜ਼ਾਂ ਤੁਸੀਂ ਇਨਕਲੂਡ ਕਰ ਸਕਦੇ ਹੋ ਤਾਂ ਜੋ ਐਮਬੈਸੀ ਆਫਿਸਰ ਨੂੰ ਤੁਸੀਂ ਆਪਦਾ ਜੋ ਪਰਪਸ ਆਫ ਵਿਜ਼ਿਟ ਆ ਉਹ ਪ੍ਰੋਪਰਲੀ ਕਲੀਅਰ ਕਰ ਸਕੋ। ਤਾਂ ਇਹ ਇੱਕ ਪ੍ਰੋਫੈਸ਼ਨਲ ਐਡਵਾਈਸ ਆ, ਐਂਡ ਪ੍ਰੋਫੈਸ਼ਨਲ ਐਡਵਾਈਸ ਫ੍ਰੀ ਆਫ ਕਾਸਟ ਕਿਤੋਂ ਵੀ ਨਹੀਂ ਮਿਲਦੀ। ਜਿੱਥੋਂ ਤੱਕ ਗੱਲ ਕੀਤੀ ਜਾਂਦੀ ਹੈ ਪ੍ਰੋਫੈਸ਼ਨਲ ਐਡਵਾਈਸ ਦੀ, ਤੇ ਪ੍ਰੋਫੈਸ਼ਨਲ ਐਡਵਾਈਸ ਹਮੇਸ਼ਾ ਇੱਕ ਪੜ੍ਹਿਆ ਲਿਖਿਆ ਨੌਜਵਾਨ, ਪੜ੍ਹਿਆ ਲਿਖਿਆ ਯੰਗਸਟਰ ਐਂਡ ਕੋਈ ਵੀ ਅਵੇਅਰ ਬੰਦਾ ਹਮੇਸ਼ਾ ਪ੍ਰੋਫੈਸ਼ਨਲ ਐਡਵਾਈਸ ਦੀ ਹੀ ਰਿਕੁਆਇਰਮੈਂਟ ਰੱਖਦਾ, ਐਂਡ ਉਹਦਾ ਮੇਨ ਮਕਸਦ ਇਹੀ ਹੁੰਦਾ ਕਿ ਮੈਨੂੰ ਪ੍ਰੋਫੈਸ਼ਨਲ ਐਡਵਾਈਸ ਮਿਲੇ ਚਾਹੇ ਮੈਂ ਉਹਦੇ ਲਈ ਫੀਸ ਪੇ ਕਰਾਂ। ਪਰ ਜਿੱਥੇ ਜਾ ਕੇ ਆਪਾਂ ਗੱਲ ਆ ਜਾਂਦੀ ਹੈ ਇੱਕ ਪਰਟੀਕੂਲਰ ਐਡਵਰਟੀਜ਼ਮੈਂਟ ਦੀ ਕਿ ਤੁਸੀਂ ਪਾਸਪੋਰਟ ਦੇ ਜਾਓ, ਪੇਪਰ ਦੇ ਜਾਓ, ਤੁਸੀਂ ਫੀਸ ਵੀ ਕੋਈ ਨਹੀਂ ਦੇਣੀ, ਤੁਸੀਂ ਇਹ ਵੀ ਨਹੀਂ ਪੁੱਛਣਾ ਅਸੀਂ ਕਿਹੜੇ ਕਾਲਜ ਜਾਣਾ, ਤੁਸੀਂ ਇਹ ਵੀ ਨਹੀਂ ਪੁੱਛਣਾ ਤੁਸੀਂ ਕਿਹੜੇ ਕੋਰਸ ਜਾਣਾ, ਤੁਸੀਂ ਇਹ ਵੀ ਨਹੀਂ ਪੁੱਛਣਾ, ਤੁਸੀਂ ਸਰ ਤੁਹਾਨੂੰ ਇਹ ਦੱਸਿਆ ਜਾਊਗਾ ਵੀ ਤੁਹਾਨੂੰ ਅਸੀਂ ਕੈਨੇਡਾ ਭੇਜਾਂਗੇ, ਤੁਹਾਨੂੰ ਅਸੀਂ ਆਸਟ੍ਰੇਲੀਆ ਭੇਜਾਂਗੇ। ਜਦੋਂ ਅਸੀਂ ਤੁਹਾਡੇ ਤੋਂ ਪੈਸੇ ਕੋਈ ਨਹੀਂ ਲੈਣੇ ਤਾਂ ਤੁਹਾਡੇ ਕੋਲੇ ਕੁਐਸਚਨ ਪੁੱਛਣ ਦਾ ਵੀ ਕੋਈ ਅਧਿਕਾਰ ਨਹੀਂ। ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਪੜ੍ਹੇ ਲਿਖੇ ਯੰਗਸਟਰ ਨੂੰ, ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਇਹੋ ਜਿਹੀਆਂ ਪ੍ਰੋਫੈਸ਼ਨਲ ਐਡਵਾਈਜ਼ਰਸ ਜਾਂ ਇਹੋ ਜਿਹੀਆਂ ਪ੍ਰੋਫੈਸ਼ਨਲ ਐਡਵਾਈਸ ਕਿਸੇ ਵੀ ਤਰੀਕੇ ਨਾਲ ਹੈਲਪ ਆਊਟ ਕਰ ਸਕਦੀਆਂ ਨੇ। ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਆ ਅਵੇਅਰਨੈਸ। ਤੁਸੀਂ ਕਿਹੜੇ ਕਾਲਜ ਜਾ ਰਹੇ ਹੋ ਜਾਂ ਤੁਸੀਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ, ਤੁਸੀਂ ਕਿਹੜਾ ਕੋਰਸ, ਤੁਹਾਡਾ ਇੰਟਰਸਟ ਕੀ ਆ, ਤੁਸੀਂ ਕਿਹੜਾ ਪੜ੍ਹਨਾ ਚਾਹੁੰਦੇ ਹੋ ਕੋਰਸ, ਉੱਥੇ ਜਾ ਕੇ ਉਹ ਕੋਰਸ ਸਹੀ ਆ ਜਾਂ ਨਹੀਂ ਸਹੀ ਐਜ਼ ਪਰ ਦਾ ਰਿਕੁਆਇਰਮੈਂਟ ਆਫ ਅ ਕੰਟਰੀ, ਪਰਮਾਨੈਂਟ ਰੈਜ਼ੀਡੈਂਸੀਜ਼, ਸਾਰਿਆਂ ਕਾਸਿਆਂ ਨੂੰ ਦੇਖਦੇ ਹੋਏ। ਜੇ ਉਹ ਸਹੀ ਨਹੀਂ ਆ ਤਾਂ ਹੋਰ ਕਿਹੜਾ ਰੈਲੇਵੈਂਟ ਕੋਰਸ ਚੱਕਿਆ ਜਾਂਦਾ। ਇਹਨੂੰ ਕਹਿੰਦੇ ਆ ਪ੍ਰੋਫੈਸ਼ਨਲ ਗੱਲਬਾਤ, ਪ੍ਰੋਫੈਸ਼ਨਲ ਐਡਵਾਈਸ। ਜੇ ਤੁਸੀਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਜਾ ਕੇ ਬੈਠਦੇ ਹੋ ਤੇ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਹੋ, ਜਿੱਥੇ ਮੁੱਦਾ ਜਾ ਕੇ ਸਭ ਤੋਂ ਪਹਿਲਾਂ ਸ਼ੁਰੂ ਹੀ ਇਹ ਚੀਜ਼ ਤੋਂ ਹੁੰਦਾ, ਤੇਰੇ ਤੋਂ ਮੈਂ ਕੋਈ ਪੈਸਾ ਨਹੀਂ ਲੈਣਾ, ਤੂੰ ਐਮਬੈਸੀ ਫੀਸ ਵੀ ਨਹੀਂ ਭਰਨੀ, ਤੂੰ ਕਾਲਜ ਦੀ ਫੀਸ ਵੀ ਨਹੀਂ ਭਰਨੀ, ਤੂੰ ਫਲਾਨਾ ਵੀ ਨਹੀਂ ਭਰਨਾ, ਤੂੰ ਧਿਉਂਕਾ ਵੀ ਨਹੀਂ ਭਰਨਾ, ਤੂੰ ਬਸ ਮੇਰੇ ਕੋਲੇ ਆਪਦੇ ਪੈਸੇ ਦੇ ਜਾਣੇ, ਤੂੰ ਆਪਦੇ ਪਾਸਪੋਰਟ ਤੇ ਆਪਦੇ ਪੇਪਰ ਫੜਾ ਜਾਣੇ ਆ, ਮੈਂ ਤੈਨੂੰ ਫੋਨ ਮਾਰੂੰਗਾ ਤੇ ਤੂੰ ਵੀਜ਼ਾ ਲੈ ਦੀ ਆ ਕੇ ਤੇ ਇੰਨੇ ਪੈਸੇ ਬਾਅਦ ਚੋਂ ਮੈਨੂੰ ਦੇ ਦੀ। ਦੇਖੋ ਇਹ ਇੱਕ ਪ੍ਰੋਫੈਸ਼ਨਲ ਗੱਲਬਾਤ ਨਹੀਂ ਹੈ, ਇਹ ਇੱਕ ਪੜ੍ਹੇ ਲਿਖੇ ਯੰਗਸਟਰ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਹੈ। ਇਹ ਇੱਕ ਪੜ੍ਹੇ ਲਿਖੇ ਨੌਜਵਾਨ, ਇੱਕ ਅਵੇਅਰ ਨੌਜਵਾਨ ਜਿਹੜੇ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਇੰਪ੍ਰੈਸ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ, ਜਾਂ ਉਹਨਾਂ ਨੂੰ ਡੀਲ ਕਰਨ ਦਾ ਸਹੀ ਤਰੀਕਾ ਨਹੀਂ। ਉਹਨਾਂ ਦੇ ਮਾਂ-ਪਿਓ ਤਾਂ ਚਲੋ ਕਿਸੇ ਲੈਵਲ 'ਤੇ ਜਾ ਕੇ ਇੰਪ੍ਰੈਸ ਹੋ ਸਕਦੇ ਨੇ ਇਹਨਾਂ ਗੱਲਾਂ ਤੋਂ, ਵੀ ਉਹਨਾਂ ਨੂੰ ਲੱਗਦਾ ਵੀ ਚੱਲ ਜੇ ਰਿਜੈਕਟ ਹੋ ਗਿਆ ਤਾਂ ਸਾਡਾ 50,000 60,000 ਲੱਖ ਬਚ ਜੂਗਾ ਤੇ ਸਾਰਾ ਰਿਸਕ ਆ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਦੇ ਉੱਤੇ ਆ। ਪਰ ਆਪਾਂ ਨੂੰ ਇੱਕ ਚੀਜ਼ਾਂ ਬਾਰੇ ਸੋਚੀਏ ਆਪਾਂ ਬੈਠ ਕੇ ਵੀ ਕੀ ਇਹ ਉਹੀ ਲੋਕ ਨਹੀਂ ਗੇ ਜਿਹੜੇ ਪਹਿਲਾਂ ਇਹ ਗੱਲ ਕਰਦੇ ਸੀਗੇ ਵੀ ਕੈਨੇਡਾ ਬਿਨਾਂ ਆਈਲੈਟਸ, ਕੈਨੇਡਾ 5 ਬੈਂਡ, ਕੈਨੇਡਾ 5.5 ਬੈਂਡ। ਅੱਜ ਉਹਨਾਂ ਨੂੰ ਇਹ ਚੀਜ਼ ਦੱਸਣ ਲੱਗ ਗਈ ਕਿ ਬੱਚੇ ਕੈਨੇਡਾ 'ਚ ਪ੍ਰਾਈਵੇਟ ਕਾਲਜਿਸ 'ਚ ਜਾਂਦੇ ਨੇ, ਮਾੜੇ ਕਾਲਜਿਸ 'ਚ ਜਾਂਦੇ ਨੇ, ਨਾਨ ਅਟੈਂਡਿੰਗ ਕਾਲਜਿਸ ਵਿੱਚ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ, ਉਸ ਤੋਂ ਬਾਅਦ ਉਹਨਾਂ ਦੇ ਵਰਕ ਪਰਮਿਟ ਇਸ਼ੂ ਨਹੀਂ ਹੁੰਦੇ, ਉਸ ਤੋਂ ਬਾਅਦ ਉਹਨਾਂ ਨੂੰ PR ਨਹੀਂ ਮਿਲਦੀ। ਬੱਚਿਆਂ ਨੇ ਜਾ ਕੇ ਉੱਥੇ ਗੰਦ ਪਾਤਾ ਕੈਨੇਡਾ ਦੇ ਵਿੱਚ, ਇਸ ਲਈ ਕੈਨੇਡਾ ਨੇ ਸਖਤੀ ਕਰਤੀ, 6 ਈਚ ਕਰਤੇ। ਕੈਨੇਡਾ ਨੇ ਤਾਂ ਨਾਨ SPP ਦੇ ਵਿੱਚ SPP ਦੇ ਵਿੱਚ 6 ਓਵਰਆਲ 5.5 ਈਚ ਐਂਡ 6.5 ਓਵਰਆਲ 6 ਈਚ ਦਾ ਅੱਜ ਤੋਂ 7-8 ਸਾਲ ਪਹਿਲਾਂ, 10 ਸਾਲ ਪਹਿਲਾਂ ਤਾਂ ਚੱਲ ਰਿਹਾ ਸੀ। ਕਿਹੜਾ SPP ਕਾਲਜ ਸੀਗਾ ਜਿਹੜਾ 5.5 ਤੇ ਦਾਖਲੇ ਦੇ ਰਿਹਾ ਸੀ ਜਦੋਂ ਤੁਹਾਡੀ ਫੁੱਲ ਪੇਜ ਐਡਵਰਟੀਜ਼ਮੈਂਟ ਆਉਂਦੀ ਸੀ? ਉਦੋਂ ਵੀ ਨਹੀਂ ਕੋਈ ਕਾਲਜ 5.5 ਤੇ ਜਾਂ 5 ਬੈਂਡ ਤੇ ਜਾਂ ਵਿਦਆਊਟ ਆਇਲਟਸ ਦਾਖਲਾ ਦਿੰਦਾ ਸੀ SPP। ਆਪਾਂ ਹਰੇਕ ਤਰੀਕੇ ਨੂੰ ਸੁਣਨਾ ਆ। ਇਮੀਗ੍ਰੇਸ਼ਨ ਕੰਸਲਟੈਂਟਸ ਆਪਦੇ ਪੱਖ ਰੱਖਦੇ ਨੇ ਤੁਹਾਡੇ ਮੂਹਰੇ, ਮੈਂ ਵੀ ਰੱਖਦਾ ਆ, ਮੇਰਾ ਆਪਦਾ ਤਰੀਕਾ ਕੰਮ ਕਰਨ ਦਾ, ਹਰੇਕ ਬੰਦੇ ਦਾ ਆਪਦਾ ਤਰੀਕਾ। ਪਰ ਮੈਂ ਇੱਕ ਚੀਜ਼ ਤੁਹਾਨੂੰ ਹਮੇਸ਼ਾ ਕਹੂੰਗਾ ਕਿ ਤੁਸੀਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੋ, ਤੁਸੀਂ ਇਹ ਚੀਜ਼ ਦਾ ਧਿਆਨ ਨਹੀਂ ਰੱਖਣਾ ਜਾਂ ਤੁਸੀਂ ਇਸ ਚੀਜ਼ ਵੱਲ ਨਹੀਂ ਜਾਣਾ ਕਿ ਸਾਡਾ ਜੇ ਕੇਸ ਰਿਫਿਊਜ਼ਲ ਆਉਣੀ ਜਾਂ ਵੀਜ਼ਾ ਲੱਗਣਾ ਇਹ ਤਾਂ ਪਰਵਰਦਗਾਰ ਦੇ ਹੱਥ ਆ, ਮਹਾਰਾਜ ਦੇ ਹੱਥ ਆ, ਦਾਣਾ ਪਾਣੀ ਦੀ ਖੇਡ ਆ। 90% 7 ਬੈਂਡ ਵਾਲੇ ਰਿਫਿਊਜ਼ ਵੀ ਹੁੰਦੇ ਨੇ, 50% 6 ਬੈਂਡ ਵਾਲੇ ਨਿਕਲ ਵੀ ਜਾਂਦੇ ਨੇ। ਇਹ ਹੋਇਆ ਹੋਊ, ਤੁਸੀਂ ਆਪ ਦੇਖਿਆ ਵੀ ਹੋਊਗਾ। ਪਰ ਹੁਣ ਮਹਾਰਾਜ ਦੀ ਖੇਡ ਨੂੰ ਜਾਂ ਤੁਹਾਡੇ ਕਿਸਮਤ ਦੇ ਵਿੱਚ, ਤੁਹਾਡੇ ਭਾਗਾਂ ਦੇ ਵਿੱਚ ਕੀ ਚੀਜ਼ ਲਿਖੀ ਆ ਇਹ ਤਾਂ ਨਾ ਮੈਂ ਦੱਸ ਸਕਦਾ, ਨਾ ਕੋਈ ਮੇਰਾ ਹੋਰ ਵੀਰ ਦੱਸ ਸਕਦਾ। ਅਸੀਂ ਕੀ ਦੱਸ ਸਕਦੇ ਹਾਂ? ਅਸੀਂ ਤਾਂ ਨੇਚਰ ਆਫ ਵਰਕ ਦੱਸ ਸਕਦੇ ਹਾਂ, ਅਸੀਂ ਤਾਂ ਕ੍ਰਾਈਟੀਰੀਆ ਦੱਸ ਸਕਦੇ ਹਾਂ, ਅਸੀਂ ਤਾਂ ਐਕੂਰੇਟ ਨੌਲੇਜ ਦੇ ਸਕਦੇ ਹਾਂ, ਅਸੀਂ ਤਾਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਕੇਸ ਕਿੱਦਾਂ ਅਪਲਾਈ ਹੁੰਦਾ,
ਸੋ ਉਹਦਾ ਇੱਕ ਸੌਖਾ ਜਿਹਾ ਫਾਰਮੈਟ ਆ ਵੀ ਕੇਸ ਅਪਲਾਈ ਹੁੰਦਾ, ਆਪਾਂ ਆਫਰ ਲੈਟਰ ਅਪਲਾਈ ਕਰਦੇ ਹਾਂ। ਕਈਆਂ ਕਾਲਜਿਸ ਦੀ ਆਫਰ ਲੈਟਰ ਫੀ ਹੁੰਦੀ ਹੈ, ਕਈਆਂ ਦੀ ਨਹੀਂ ਹੁੰਦੀ। ਜਿਹਦੀ ਹੁੰਦੀ ਆ ਉਹ ਇਮੀਗ੍ਰੇਸ਼ਨ ਕੰਸਲਟੈਂਟ ਚਾਰਜ ਕਰਦਾ ਤੁਹਾਨੂੰ, ਤੇ ਆਪਦੇ ਕ੍ਰੈਡਿਟ ਕਾਰਡ ਜੋ ਤੁਹਾਡੇ ਕ੍ਰੈਡਿਟ ਕਾਰਡ 'ਚੋਂ ਪੇ ਕਰਦਾ। ਸਭ ਤੋਂ ਵੱਡੀ ਚੀਜ਼ ਜਿਹੜੀ ਆਪਾਂ ਕੰਸਲਟੇਸ਼ਨ ਦੀ ਫੀਸ ਆ, ਉਹ ਕਈ ਲੈਂਦੇ ਨੇ, ਕਈ ਨਹੀਂ ਵੀ ਲੈਂਦੇ। ਚਲੋ ਮੇਰੀ ਗੱਲ ਕਰ ਲਓ, ਅਸੀਂ ਚਾਰਜ ਕਰਦੇ ਹਾਂ ਉਹਦੀ ਕੰਸਲਟੇਸ਼ਨ ਫੀਸ। ਜੇ ਤੁਸੀਂ ਸਾਨੂੰ ਆ ਕੇ ਮਿਲਣਾ ਅਤੇ ਉਸ ਤੋਂ ਬਾਅਦ ਤੁਸੀਂ ਜੇ ਸਾਡੇ ਤੋਂ ਕੇਸ ਲਵਾਉਣਾ ਚਾਹੁੰਦੇ ਹੋ ਤਾਂ ਕੇਸ ਨੂੰ ਅੰਬੈਸੀ ਤੱਕ ਪਹੁੰਚਾਉਣ ਤੱਕ ਜੋ ਅਸੀਂ ਤੁਹਾਨੂੰ ਸਰਵਿਸਿਜ਼ ਦੇਣੀਆਂ ਨੇ, ਅੱਜ ਤੋਂ ਪੇਪਰ ਸ਼ੁਰੂ ਕਲੈਕਟ ਕਰਨ ਤੋਂ ਲੈ ਕੇ, ਪੇਪਰ ਚੈੱਕ ਕਰਨ ਤੋਂ ਲੈ ਕੇ ਅੰਬੈਸੀ ਤੱਕ ਪਹੁੰਚਦੇ ਕਰਨ ਤੱਕ ਦੀ ਜੋ ਪ੍ਰੋਸੀਜਰ ਆ, ਉਹ ਅਸੀਂ ਤੁਹਾਨੂੰ ਦੱਸਣਾ ਆ। ਐਂਡ ਅਸੀਂ ਆਪਦੀ ਜਿੰਨੀ ਕੁ ਸਾਨੂੰ ਨੌਲੇਜ ਆ ਉਸ ਮੁਤਾਬਕ ਪੇਪਰ ਰੈਡੀ ਕਰਕੇ ਅਸੀਂ ਅੰਬੈਸੀ ਵਿੱਚ ਭੇਜਣੇ ਆ। ਐਂਡ ਅਸੀਂ ਉਹਦੇ ਫੀਸ ਆਪਦੀ ਜੋ ਅਸੀਂ ਮਿਹਨਤ ਕਰਨੀ ਉਹਦੇ ਅਸੀਂ ਪੈਸੇ ਚਾਰਜ ਕਰਦੇ ਹਾਂ। ਅਸੀਂ ਉਹ ਚੀਜ਼ ਦੇ ਉੱਤੇ ਵਰਕਆਊਟ ਕਰਦੇ ਹਾਂ। ਉਹ ਫੀ ਹੋ ਗਈ। ਉਹ ਤੋਂ ਬਾਅਦ ਜਿਹੜੀ ਕਾਲਜ ਐਂਡ GIC ਆ, ਉਹਦੇ ਨਾਲ ਤਾਂ ਨਾ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਸੰਬੰਧ ਆ, ਨਾ ਹੀ ਕਿਸੇ ਹੋਰ ਤੀਸਰੇ ਬੰਦੇ ਦਾ ਸੰਬੰਧ ਆ। ਉਹਦਾ ਸੰਬੰਧ ਸਿੱਧਾ ਤੁਹਾਡਾ ਬੈਂਕ ਦਾ, ਤੁਹਾਡਾ ਜਾਂ ਕਾਲਜ ਦਾ। ਇਹ ਦੋ ਡਾਇਰੈਕਟ ਕਨੈਕਸ਼ਨਸ ਨੇ, ਠੀਕ ਆ ਜੀ। ਪਰ ਐਟਲੀਸਟ ਜਦੋਂ ਤੁਸੀਂ ਇਸ ਤਰੀਕੇ ਨਾਲ ਇਹ ਸਹੀ ਪ੍ਰੋਸੀਜਰ ਥਰੂ ਕੇਸ ਅਪਲਾਈ ਕਰਦੇ ਆ ਤਾਂ ਤੁਹਾਡੇ ਕੋਲ ਰਾਈਟਸ ਹੁੰਦੇ ਨੇ। ਤੁਸੀਂ ਜਿਹਨੂੰ ਜਿਹੜੇ ਕੰਸਲਟੈਂਟ ਨੂੰ ਪੈਸੇ ਦੇ ਕੇ ਹਾਇਰ ਕੀਤਾ ਹੁੰਦਾ ਆ, ਤੁਸੀਂ ਉਹ ਤੋਂ ਸਵਾਲ ਕਰ ਸਕਦੇ ਆ। ਤੁਸੀਂ ਉਦੋਂ ਪੁੱਛ ਸਕਦੇ ਆ ਕਿ ਤੁਸੀਂ ਕਿਹੜੇ ਕਾਲਜ ਚੱਲੇ ਆ, ਤੁਸੀਂ ਕਿਹੜੇ ਕੋਰਸ ਚੱਲੇ ਆ, ਉਹਦੇ ਕੋਰਸ ਦਾ ਕੀ ਫਿਊਚਰ ਆ, ਉਸ ਕਾਲਜ ਦਾ ਲੈਵਲ ਕੀ ਆ, ਉਹ ਕਾਲਜ ਕਿੱਥੇ ਬਣਿਆ ਹੋਇਆ। ਇਹ ਆਈ ਨਹੀਂ ਹੈ ਜੇ ਅੱਜ ਕਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ, ਤੁਸੀਂ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਅਤੇ ਵਿਚਾਰ ਕੇ ਦੇਖਿਓ। ਜੇ ਸਾਲ ਡੇਢ ਸਾਲ ਆਪਾਂ 2 ਸਾਲ ਮਗਰ ਚਲੇ ਜਾਈਏ ਨਾ, ਉਹ ਫੁੱਲ ਪੇਜ ਐਡਾਂ ਤੋਂ ਪਹਿਲਾਂ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਵੀ ਇੰਨੇ ਪ੍ਰਾਈਵੇਟ ਕਾਲਜ ਵੀ ਪਏ ਨੇ, ਆਪਣੇ ਇਹੋ ਜਿਹੇ ਪ੍ਰਾਈਵੇਟ ਕਾਲਜ ਵੀ ਨੇ ਕੈਨੇਡਾ ਦੇ ਵਿੱਚ, ਨਾਨ ਅਟੈਂਡਿੰਗ ਕਾਲਜਿਸ ਵੀ ਨੇ। ਯਾਰ ਅਸੀਂ ਆਪ ਹੀ ਲੱਭਣ ਵਾਲੇ ਸੀ, ਅੱਜ ਅਸੀਂ ਆਪ ਹੀ ਉਹਨਾਂ ਚੀਜ਼ਾਂ ਨੂੰ ਭੰਡਣ ਵਾਲੇ ਹਾਂ। ਗੱਲ ਇੱਕ ਤੇ ਰਹੀਦਾ ਹੁੰਦਾ ਵੀਰੇ। ਇਸ ਲਈ ਠੀਕ ਆ ਤੁਹਾਡਾ ਆਪਦਾ ਬਿਜ਼ਨਸ ਕਰਨ ਦਾ ਤਰੀਕਾ ਹੋ ਸਕਦਾ, ਪਰ ਇਹ ਬਿਜ਼ਨਸ ਕਰਨ ਦਾ ਤਰੀਕਾ ਕਿਤੇ ਨਾ ਕਿਤੇ ਸਾਡੇ ਯੰਗਸਟਰ ਨੂੰ ਰਾਵਲ ਨਾ ਤਾਂ ਮੈਨੂੰ ਵੀਰੇ ਤੁਹਾਡਾ ਪੜ੍ਹਨਾ ਨਹੀਂ ਹੁੰਦਾ। IDP ਬੈਸਟ ਨਾਟ ਚਾਰਜ ਐਨੀਥਿੰਗ। ਹਾਂਜੀ ਵੀਰੇ, IDP ਇਜ਼ ਅ ਵੈਰੀ ਬਿਗ ਫਰਮ ਐਂਡ ਦੇ ਪੀਪਲ ਆਰ ਡੂਇੰਗ ਸੋ ਆਸਮ। ਇਹ ਤਾਂ ਬੜੀਆਂ ਕਾਰਪੋਰੇਟ ਫਰਮਸ ਨੇ। ਇਹਨਾਂ ਦਾ ਜਿਹੜਾ ਲੈਵਲ ਆ ਕੰਮ ਕਰਨ ਦਾ ਐਂਡ ਇਹਨਾਂ ਦਾ ਜਿਹੜਾ ਤਰੀਕਾ ਕੰਮ ਕਰਨ ਦਾ ਬਹੁਤ ਵਧੀਆ ਹੋ ਸਕਦਾ, ਬਹੁਤ ਵਧੀਆ ਹੋਊਗਾ ਵੀ, ਤਾਂ ਹੀ ਉਹ ਕੁਛ ਚਾਰਜ ਨਹੀਂ ਕਰਦੇ। ਐਂਡ ਬਟ ਅਸੀਂ ਚਾਰਜ ਕਰਦੇ ਹਾਂ। ਐਂਡ we are not saying that we are best, but we try our level best ਵੀ ਅਸੀਂ ਤੁਹਾਨੂੰ ਚੰਗੀਆਂ ਸਰਵਿਸਿਜ਼ ਦੇ ਸਕੀਏ। ਐਂਡ ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀ ਉਸ ਮੁੱਦੇ ਤੋਂ ਨਾ ਭਟਕੀਏ ਕਿ ਆਪਣਾ ਮੇਨ ਫੋਕਸ ਉਹ 50,000 ਲੱਖ ਬਚਾਉਣ 'ਤੇ ਨਹੀਂ ਹੋਣਾ ਚਾਹੀਦਾ। ਆਪਣਾ ਮੇਨ ਫੋਕਸ ਆਪਦੀ ਅੱਗੇ ਜ਼ਿੰਦਗੀ ਸਵਾਰਨ 'ਤੇ ਹੋਣਾ ਚਾਹੀਦਾ ਕਿ ਜਦੋਂ ਵੀਜ਼ਾ ਲੱਗ ਜੂਗਾ ਉਸ ਤੋਂ ਬਾਅਦ ਜਿਹੜੀ ਖੇਡ ਸ਼ੁਰੂ ਹੋਣੀ ਆ ਉਹ ਕਿਵੇਂ ਸਿਰੇ ਲੱਗੂਗੀ। ਸਭ ਤੋਂ ਵੱਧ ਅਸੀਂ ਗੰਦ ਪਾਇਆ ਕੈਨੇਡਾ ਦੇ ਵਿੱਚ, ਸਭ ਤੋਂ ਵੱਧ ਅਸੀਂ ਗੰਦ ਪਾਇਆ, ਸਭ ਤੋਂ ਵੱਧ ਨਾਨ ਅਟੈਂਡਿੰਗ ਕਾਲਜਿਸ ਦੇ ਵਿੱਚ ਅਸੀਂ ਬੱਚੇ ਭੇਜੇ, ਠੀਕ ਆ ਜੀ। ਸਭ ਤੋਂ ਵੱਧ ਖੁੱਲ੍ਹ ਕੇ ਅਸੀਂ ਇਸ ਚੀਜ਼ ਨੂੰ ਐਡਵਰਟਾਈਜ਼ ਕੀਤਾ। 5.5 ਬਿਨਾਂ ਆਈਲੈਟਸ 5 ਬੈਂਡ ਆ ਜਾਓ ਜਿਹੜਾ ਮਰਜ਼ੀ, 33% 40% ਆ ਜਾਓ ਜਿਹੜਾ ਮਰਜ਼ੀ, ਹੈ ਨਾ। ਇਸ ਤਰੀਕੇ ਨਾਲ ਹੋਕੇ ਦਿੱਤੇ ਅਸੀਂ। ਅਤੇ ਫਿਰ ਉਹ ਤੁਸੀਂ ਕਿਹੜੇ ਕਾਲਜ 'ਚ ਹੱਥ ਖੜੇ ਕਰਕੇ ਕਦੇ ਦੱਸੋਗੇ ਤੁਸੀਂ ਕਿਹੜੇ ਕਾਲਜ 'ਚ ਭੇਜਦੇ ਸੀ ਬੱਚਿਆਂ ਨੂੰ। ਅਤੇ ਅੱਜ ਜਦੋਂ ਉੱਥੇ ਬੱਚਿਆਂ ਦੀ ਗਿਣਤੀ, ਜੇ ਤੁਸੀਂ ਹੁਣ 1000 ਫਾਈਲ ਲਾਤੀ ਸੀ ਜਾਂ 2000 ਫਾਈਲ ਲਾਤੀ ਸੀ, ਵਿੱਚੋਂ 100 ਬੱਚਾ ਪਹੁੰਚ ਗਿਆ, 200 ਬੱਚਾ ਪਹੁੰਚ ਗਿਆ ਉੱਥੇ ਨਾਨ ਅਟੈਂਡਿੰਗ ਕਾਲਜਿਸ ਦੇ ਵਿੱਚ, ਤਾਂ ਅੱਜ ਜਦੋਂ ਕੈਨੇਡਾ ਨੇ ਥੋੜ੍ਹਾ ਜਿਹਾ ਸਖਤੀ ਵਧਾਤੀ ਤਾਂ ਅੱਜ ਕੈਨੇਡਾ ਮਾੜਾ ਹੋ ਗਿਆ। ਜੇ ਸਖਤੀ ਵਧਾਤੀ ਨਾ ਵੀਰ ਜੀ, ਅਸੀਂ ਬੱਚਿਆਂ ਨੂੰ ਨੇਕ ਸਲਾਹ ਇਹ ਦਈਏ, ਬੱਚਿਓ ਮਿਹਨਤ ਕਰੋ, ਆਪਦੇ ਡਰੀਮ ਨਾ ਬਦਲੋ। ਜੇ ਤੁਹਾਡਾ ਡਰੀਮ ਆਸਟ੍ਰੇਲੀਆ ਲਈ ਮਿਹਨਤ ਕਰੋ, ਜੇ ਤੁਹਾਡਾ ਡਰੀਮ ਕੈਨੇਡਾ ਲਈ ਮਿਹਨਤ ਕਰੋ। ਅਤੇ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਕੈਨੇਡਾ 'ਚ ਵੀ ਸਕਸੈਸਫੁਲ ਹੋਵੋਗੇ, ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਆਸਟ੍ਰੇਲੀਆ 'ਚ ਵੀ ਸਕਸੈਸਫੁਲ ਹੋਵੋਗੇ। ਐਂਡ ਜੇ ਤੁਸੀਂ ਮਿਹਨਤ ਨਹੀਂ ਕਰੋਗੇ, ਜੇ ਤੁਸੀਂ ਸਿਰਫ ਇੱਕ ਕੀ ਕਹਿੰਦੇ ਨੇ ਅਨਪ੍ਰੋਫੈਸ਼ਨਲ ਐਡਵਰਟੀਜ਼ਮੈਂਟਸ ਦੇਖੋਗੇ ਨਾ ਵੀ ਅਸੀਂ ਪੈਸੇ ਬਾਅਦ 'ਚੋਂ ਲੈ ਲਾਂਗੇ ਜੀ, ਫਲਾਨਾ ਬਾਅਦ 'ਚੋਂ ਲੈ ਲਾਂਗੇ ਜੀ, ਧੌਂਕਾ ਬਾਅਦ 'ਚੋਂ ਲੈ ਲਾਂਗੇ ਜੀ ਤੁਹਾਡੇ ਤੋਂ, ਨਹੀਂ ਨਾ ਦਿਓ ਇਹ ਚੀਜ਼ਾਂ, ਇਹਨਾਂ ਪਿੱਛੇ ਨਾ ਭੱਜੋ। ਸਿਰਫ ਅਤੇ ਸਿਰਫ ਤੁਸੀਂ ਫੋਕਸ ਕਰੋ ਆਪਦੇ ਸਵਾਲਾਂ ਦੇ ਉੱਤੇ, ਆਪਦੀ ਅਵੇਅਰਨੈਸ ਦੇ ਉੱਤੇ। ਤੁਹਾਡੇ ਸਵਾਲ ਕੀ ਨੇ,
ਤੁਹਾਡੇ ਸਵਾਲ ਨੇ। ਜਿਵੇਂ ਤੁਸੀਂ ਕਾਲਜ ਜਾ ਰਹੇ ਹੋ, ਉਸ ਕਾਲਜ ਦੇ ਵਿੱਚ ਉਹਦਾ DLI ਨੰਬਰ ਹੈ, ਉਹਦਾ ਵਰਕ ਪਰਮਿਟ ਇਸ਼ੂ ਹੋਊਗਾ, ਉਹ ਕੋਰਸ ਪੜ੍ਹ ਕੇ ਮੈਨੂੰ ਅੱਗੇ ਜਾ ਕੇ ਮੇਰਾ ਕੀ ਫਿਊਚਰ ਹੋਊਗਾ, ਅਤੇ ਮੈਂ ਕੀ ਉਹ ਕੋਰਸ ਦੇ ਵਿੱਚ ਕਿੰਨੇ ਸਬਜੈਕਟਸ ਨੇ, ਕਿੰਨੇ ਮੈਨੂੰ ਵਰਕਿੰਗ ਆਵਰਸ ਮਿਲਣਗੇ, ਕਿਸ ਤਰੀਕੇ ਨਾਲ ਮੈਂ ਕੰਮ ਕਰ ਸਕੂੰਗਾ ਉੱਥੇ ਜਾ ਕੇ। ਇਹ ਸਵਾਲ ਹੋਣੇ ਚਾਹੀਦੇ ਨੇ। ਜਾਂ ਉੱਥੇ ਜਾ ਕੇ ਮੇਰੀ ਅੱਗੇ ਇੱਕ ਫਿਊਚਰਿਸਟਿਕ ਵੇ ਦੇ ਨਾਲ ਮੇਰੀ ਕਿਵੇਂ ਸੈਟਲਮੈਂਟ ਹੋਊਗੀ। ਜੇ ਮੈਂ ਪੜ੍ਹਦਾ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਰਵਾਂ, ਉਸ ਤੋਂ ਬਾਅਦ ਮੈਂ ਪ੍ਰੋਵਿੰਸ ਚੇਂਜ ਕਰਕੇ PR ਪਾ ਸਕਦਾ ਹਾਂ, ਕਿਹੋ ਜਿਹੀ ਮੈਨੂੰ ਜੋਬਸ ਲੱਭਣੀਆਂ ਪੈਣਗੀਆਂ, ਕਿਹੋ ਜਿਹੀ ਏਰੀਏ ਦੇ ਵਿੱਚ ਜਾ ਕੇ ਮੈਨੂੰ ਚੰਗੀਆਂ ਜੋਬਸ ਮਿਲਣਗੀਆਂ। ਤੁਹਾਡੇ ਸਵਾਲ ਇਹ ਹੋਣੇ ਚਾਹੀਦੇ ਨੇ, ਅਤੇ ਸਾਡੀਆਂ ਐਡਵਰਟੀਜ਼ਮੈਂਟਸ ਇਹਨਾਂ ਚੀਜ਼ਾਂ ਦੇ ਉੱਤੇ ਬੇਸਡ ਹੋਣੀਆਂ ਚਾਹੀਦੀਆਂ ਨੇ। ਕਿਉਂਕਿ ਅਸੀਂ ਐਜੂਕੇਸ਼ਨ ਕੰਸਲਟੈਂਟ ਹਾਂ। ਅਸੀਂ ਐਜੂਕੇਸ਼ਨ ਕੰਸਲਟੈਂਟ ਲਿਖਦੇ ਹਾਂ ਆਪਦੇ ਆਪ ਨੂੰ, ਉਹ ਵੀ ਲਿਖਦਾ ਮੇਰਾ ਵੀਰ। ਹੋਰ ਵੀ ਕਈ ਨੇ ਮੇਰੇ ਵੀਰ ਜਿਹੜੇ ਗੱਲਾਂ ਕਰਦੇ ਨੇ ਮੰਡੀਆਂ ਵਾਲੀਆਂ ਅਤੇ ਲਿਖਦੇ ਨੇ ਆਪਦੇ ਆਪ ਨੂੰ ਐਜੂਕੇਸ਼ਨ ਕੰਸਲਟੈਂਟਸ। ਜੇ ਤੁਸੀਂ ਐਜੂਕੇਸ਼ਨ ਕੰਸਲਟੈਂਟ ਹੋ ਨਾ, ਤਾਂ ਐਜੂਕੇਸ਼ਨ ਦੀ ਗੱਲ ਕਰੋ ਉਹਨਾਂ ਨਾਲ, ਉਹਨਾਂ ਨੂੰ ਇਸ ਚੀਜ਼ਾਂ ਬਾਰੇ ਭਰਮਾਉਣ ਦੀ ਕੋਸ਼ਿਸ਼ ਨਾ ਕਰੋ। ਦੱਸਿਆ ਤੁਸੀਂ ਪਹਿਲਾਂ ਵੀ ਜਵਾਕਾਂ ਨੂੰ ਕੁਛ ਨਹੀਂ। ਜਦੋਂ ਕੈਨੇਡਾ ਦੀ ਗੱਲ ਸੀ ਨਾ, ਉਦੋਂ ਵੀ ਆਪਾਂ ਇਹੀ ਕਰਦੇ ਸੀ। ਨੌਨ SDS 100% ਵਰਕ ਪਰਮਿਟ ਮਿਲਦਾ ਰੰਧਾਵਾ ਸਾਹਿਬ, ਪਰ ਕਾਲਜ ਤੁਹਾਡਾ DLI ਨੰਬਰ ਵਾਲਾ ਹੋਣਾ ਚਾਹੀਦਾ, SDS ਦੇ ਅੰਡਰ ਆਉਣਾ ਚਾਹੀਦਾ ਵੀਰੇ। ਨੌਨ SDS ਦੇ ਵਿੱਚ ਵੀ ਤੁਹਾਨੂੰ ਵਰਕ ਪਰਮਿਟ ਮਿਲਦਾ। SDS ਜਾਂ ਨੌਨ SDS ਦਾ ਜਿਹੜਾ ਮੇਨ ਸੰਬੰਧ ਆ, ਉਹ ਅੰਬੈਸੀ ਦੇ ਵਰਕਿੰਗ ਕਲਚਰ ਦੇ ਨਾਲ ਆ। ਜੇ ਤੁਸੀਂ ਕਾਲਜ, ਜਿਵੇਂ SPP ਕਾਲਜ ਸੀਗਾ, ਜੇ SPP ਦੇ ਵਿੱਚੋਂ ਤੁਹਾਡੀ ਇੱਕ ਵਾਰੀ ਰਿਫਿਊਜ਼ਲ ਆ ਜਾਂਦੀ ਸੀ, ਤਾਂ ਉਸ ਤੋਂ ਬਾਅਦ ਤੁਹਾਡਾ ਕੇਸ ਨੌਨ SPP ਲੱਗਦਾ ਸੀ। ਪਰ ਪੜ੍ਹਨ ਤੁਸੀਂ ਸ਼ੈਰੀਡਨ ਨਹੀਂ ਜਾਂਦੇ ਸੀ, ਪੜ੍ਹਨ ਤੁਸੀਂ ਹੰਬਰ ਹੀ ਜਾਂਦੇ ਸੀ, ਪੜ੍ਹਨ ਤੁਸੀਂ ਕੋਨਸਟੋਗਾ ਹੀ ਜਾਂਦੇ ਸੀ, ਅਤੇ ਉਦੋਂ ਬਾਅਦ ਤੁਹਾਨੂੰ ਵਰਕ ਪਰਮਿਟ ਵੀ ਇਸ਼ੂ ਹੁੰਦਾ ਸੀ। ਇਸ ਲਈ ਆਪਾਂ ਇਹ ਸਵਾਲ ਨੇ ਸਟੂਡੈਂਟ ਦਾ ਇਹ ਸਵਾਲ ਨਹੀਂ ਹੁੰਦਾਗਾ ਤੁਸੀਂ ਸਾਡੇ ਤੋਂ ਫੀਸ ਕਿਵੇਂ ਲਓਗੇ, ਤੁਸੀਂ ਸਾਡੇ ਤੋਂ ਫੀਸ ਕਦੋਂ ਲਓਗੇ। ਫੀਸਾਂ ਬਾਰੇ ਤੁਸੀਂ ਮੇਰੇ ਤੋਂ ਕਿਉਂ ਪੁੱਛਦੇ ਹੋ? ਫੀਸਾਂ ਦਾ ਪ੍ਰੋਸੈਸ ਜਾਣਨਾ ਚਾਹੁੰਦੇ ਹੋ? ਨੌਨ SDS ਦਾ ਵੀਰੇ 6 ਓਵਰਆਲ ਨਾਟ ਲੈਸ ਦੈਨ 5.5 ਇਨ ਐਨੀ। ਬਾਕੀ ਅੰਦਰ ਵੀ ਜੀ ਡਿਪੈਂਡ ਕਰਦਾ ਕਾਲਜ ਕਿਹੜੇ 'ਚ ਪਾ ਰਹੇ ਹੋ। ਕਈ ਕਾਲਜਿਸ ਨੇ ਬੰਦ ਹੀ ਕਰਤੇ 6 ਓਵਰਆਲ 5.5 ਈਚ, ਉਹਨਾਂ ਨੇ 6 ਈਚ ਦੀ ਰਿਕੁਆਇਰਮੈਂਟ ਹੀ ਰੱਖੀ ਆ। ਤੁਹਾਡੇ ਸਵਾਲ ਹੋਣੇ ਚਾਹੀਦੇ ਨੇ ਆ ਕੇ ਇਹੋ ਜਿਹੇ ਜੋ ਤੁਸੀਂ ਹੁਣ ਪੁੱਛ ਰਹੇ ਹੋ। ਇਹ ਸਵਾਲ ਨਹੀਂ ਹੋਣੇ ਚਾਹੀਦੇ ਕਿ ਫੀਸਾਂ ਕਿੱਦਾਂ ਪੇ ਹੋਣਗੀਆਂ। ਜੇ ਫੀਸਾਂ ਪੇ ਕਰਨ ਬਾਰੇ ਪੁੱਛਣਾ, ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਗਲਤ ਬੋਲਦਾ ਜਾਂ ਉਹ ਗਲਤ ਬੋਲਦਾ ਜਾਂ ਹੋਰ ਕੋਈ ਮੇਰਾ ਵੀਰ ਗਲਤ ਬੋਲਦਾ, ਜਾ ਕੇ CIC ਤੋਂ ਪੜ੍ਹੋ, ਕਾਲਜ ਦੀ ਵੈਬਸਾਈਟ ਚੈੱਕ ਕਰੋ ਜਿਹੜੇ ਕਾਲਜ 'ਚ ਜਾਣਾ ਚਾਹੁੰਦੇ ਹੋ। ਜਦੋਂ ਆਪਾਂ ਇਹੋ ਜਿਹੇ ਕੁਐਸਚਨ ਲੈ ਕੇ ਕਿਸੇ ਕੋਲ ਜਾਵਾਂਗੇ ਨਾ ਕਿ ਮੇਰਾ ਕਾਲਜ ਕਿਹੜਾ ਆ, ਉਹ ਕਿੱਥੇ ਬਣਿਆ ਹੋਇਆ ਆ, ਉਹ ਸ਼ਹਿਰ ਤੋਂ ਕਿੰਨੀ ਦੂਰ 'ਤੇ ਆ, ਜਾਂ ਕਿਹੜੇ ਸ਼ਹਿਰ ਦੇ ਵਿੱਚ ਆ, ਉੱਥੋਂ ਦਾ ਐਨਵਾਇਰਮੈਂਟ ਕੀ ਆ, ਉੱਥੋਂ ਦੀਆਂ ਜੋਬਸ ਪ੍ਰੋਬੇਬਿਲਿਟੀਜ਼ ਕੀ ਨੇ, ਕੀ ਪੋਸੀਬਿਲਿਟੀਜ਼ ਨੇ, ਲੋਕ ਕਿਹੋ ਜਿਹੇ ਉੱਥੇ ਕੰਮ